ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੱਦੇ ਗਏ ਪੰਥਕ ਇਕੱਠ ਦੌਰਾਨ ਸਮੁੱਚੀਆਂ ਜਥੇਬੰਦੀਆਂ ਅਤੇ ਪੰਥ ਦਰਦੀਆਂ ਵੱਲੋਂ ਇਕਜੁੱਟਤਾ ਨਾਲ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਗਿਆ। ਇਹ ਇਕੱਤਰਤਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਏ ਆਦੇਸ਼ ਤਹਿਤ ਇੱਥੇ ਸ਼੍ਰੋਮਣੀ ਕਮੇਟੀ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸੱਦੀ ਗਈ ਸੀ। ਅੱਜ ਦੇ ਇਸ ਪੰਥਕ ਇਕੱਠ ਵਿੱਚ ਸਿੱਖ ਕੌਮ ਦੀਆਂ ਵੱਖ-ਵੱਖ ਧਾਰਮਿਕ, ਰਾਜਸੀ ਅਤੇ ਸਮਾਜਿਕ ਜਥੇਬੰਦੀਆਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾਣ ਵਾਲੇ ਭਵਿੱਖੀ ਯਤਨਾਂ ਅਤੇ ਆਰੰਭੇ ਜਾਣ ਵਾਲੇ ਹਰ ਸੰਘਰਸ਼ ਦਾ ਮੌਲੀ ਤੌਰ ਤੇ ਸਾਥ ਦੇਣ ਦੀ ਵਚਨਬੱਧਤਾ ਪ੍ਰਗਟਾਈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਖਾਲਿਸਤਾਨ ਪੱਖੀ ਅਕਾਲੀ ਧੜੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨਾਂ ਪਰਮਜੀਤ ਸਿੰਘ ਸਰਨਾ ਅਤੇ ਜਾਗੋ ਪਾਰਟੀ ਮੁਖੀ ਮਨਜੀਤ ਸਿੰਘ ਜੀਕੇ ਨਾਲ ਬੈਠੇ ਨਜ਼ਰ ਆਏ। ਦਿੱਲੀ ਵਿੱਚ ਵੱਖ-ਵੱਖ ਅਕਾਲੀ ਧੜਿਆਂ ਪ੍ਰਤੀ ਵਫਾਦਾਰੀ ਦਾ ਰਹਿਣੀ ਹੈ। ਮੀਟਿੰਗ ਵਿੱਚ ਸਰਬੱਤ ਖਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਥਾਪੇ ਗਏ ਸਮਾਂਤਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੀ ਹਾਜ਼ਰ ਸਨ। ਵੱਖ-ਵੱਖ ਵਿਚਾਰਧਾਵਾਂ ਦੇ ਸਮਰਥਕ ਅਤੇ ਆਮ ਤੌਰ ਤੇ ਬਾਦਲ ਦਾ ਵਿਰੋਧ ਕਰਨ ਵਾਲੇ ਆਗੂਆਂ ਨੇ ਮੀਟਿੰਗ ਦੌਰਾਨ ਇਕਜੁੱਟ ਮੋਰਚਾ ਖੜਾ ਕੀਤਾ। ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਮੈਂ ਸਿਮਰਜੀਤ ਸਿੰਘ ਮਾਨ ਸਾਹਿਬ ਦੇ ਪੈਰ ਛੂਏ, ਮੈਂ ਉਸ ਦਾ ਬਹੁਤ ਸਤਿਕਾਰ ਕਰਦਾ। ਸਾਡੇ ਸਿਆਸੀ ਮਤਭੇਦਾਂ ਦੇ ਬਾਵਜੂਦ ਅਸੀਂ ਸਾਰੇ ਉਸ ਦੀ ਸੀਨੀਅਰਤਾ, ਕੁਰਬਾਨੀ ਅਤੇ ਸੰਘਰਸ਼ ਨੂੰ ਪੂਰਾ ਸਤਿਕਾਰ ਦਿੰਦੇ ਹਾਂ। ਉਹਨਾਂ ਨੇ ਅੱਗੇ ਆਖਿਆ ਕਿ ਅੱਜ ਇੱਕ ਇਤਿਹਾਸਕ ਦਿਨ ਹੈ ਕਿਉਂਕਿ ਖਾਲਸਾ ਪੰਥ ਨੇ ਸਿੱਖਾਂ ਦੀ ਧਾਰਮਿਕ ਪਾਰਲੀਮੈਂਟ ਵੱਲੋਂ ਦਿੱਤੇ ਸੱਦੇ ਨੂੰ ਇੱਕ ਆਵਾਜ਼ ਵਿੱਚ ਹੁੰਗਾਰਾ ਦਿੱਤਾ ਹੈ। ਉਹਨਾਂ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੇ ਨਿਰਦੇਸ਼ਾਂ ਤੇ ਹਰ ਲੜਾਈ ਲੜਨ ਲਈ ਤਿਆਰ ਰਹੇਗੀ। ਦੇਖੋ ਅੱਜ ਸਹੀ ਮਹੀਨੇ ਤੇ ਅੱਜ ਪੰਥ ਇਕੱਠਾ ਹੋਇਆ, ਸਹੀ ਮਹੀਨੇ ਤੇ ਸਰਨਾ ਸਾਹਿਬ बैठे है, मनजीत जी के जी बैठे है, मतलब ਵੱਖ-ਵੱਖ ਜਥੇਬੰਦੀਆਂ बैठिया है। मान साहब तो मैं ना ही लेता, मान साहब का मैं पैरी हत्थ लाया सी जदों, मैं इन्हां दा बड़ा सत्कार करदा। देखो भावें साडे पोलीटिकल सियासी कोई मर्जी मतभेद होण, पर इन्हां दी सीनियरिटी, इन्हां दी जो कुर्बानी, इन्हां दी जो लड़ाई, वो आपां सारे सत्कार करते हैं। अच्छा एक गल हो रहा है, जो एजेंडा है उस एजेंडे ते बाहर कोई नहीं गया, आ भी बहुत बड़ी खुशी है। भावें अपना कोई मर्जी पोलीटिकल मिशन होए, पर वो इत्थे जाहिर नहीं किया, अपना एजेंडा एक लाइक रखा, कौम का एजेंडा। तो इस करके मैं दिल की गहराइयां तो अज ਵੱਖ-ਵੱਖ जथेबंदियां आए हैं, महापुरख आए हैं, सारिਆਂ ਦੇ ਚਰਨਾਂ 'ਚ ਧੰਨਵਾਦ करदा है, सारी लीडरशिप का धन्यवाद करदा है। तो मैं इन्ना ही कहना चाहना है, जो फैसले SGPC लेगी, जो प्लान SGPC बनाएगी, श्रोमणी अकाली दल अखा मीच के असी वो प्रोग्राम में हिस्सा लेवांगे। ਮੀਟਿੰਗ ਨੂੰ ਸੰਬੋਧਨ ਕਰਦਿਆਂ ਮਨਜੀਤ ਸਿੰਘ ਜੀਕੇ ਨੇ ਆਖਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਇੱਕ ਦੂਜੇ ਵਿਰੁੱਧ ਚੋਣਾਂ ਲੜ ਚੁੱਕੇ ਹਾਂ ਅਤੇ ਫੇਰ ਵੀ ਲੜਾਂਗੇ, ਪਰ ਅਸੀਂ ਕੌਮ ਦੇ ਮੁੱਦਿਆਂ ਤੇ ਇਕਜੁੱਟ ਰਹਾਂਗੇ। ਅਸੀਂ ਸਿੱਖ ਕੈਦੀਆਂ ਤੇ ਉਹਨਾਂ ਦੇ ਪਰਿਵਾਰਾਂ ਦੀ ਭਲਾਈ ਲਈ SGPC ਨਾਲ ਖੜੇ ਰਹਾਂਗੇ। ਧੰਨਵਾਦ ਕਰਦਾ ਜਥੇਦਾਰ ਅਕਾਲ ਤਖਤ ਸਾਹਿਬ ਦਾ ਔਰ ਧਾਮੀ ਸਾਹਿਬ ਦਾ, SGPC ਦਾ, ਜਿਨ੍ਹਾਂ ਨੇ ਅੱਜ ਮੌਕਾ ਦਿੱਤਾ ਇਸ ਹਾਲ ਦੇ ਵਿੱਚ ਆ ਕੇ ਅਸੀਂ ਸਾਰੇ ਇੱਕ ਕਾਮਨ ਏਜੰਡੇ ਤੇ ਇਕੱਠੇ ਹੋ ਜਾਈਏ। इलैक्शन आउणगियां, लड़ांगे, आपो च फैसले नहीं होणगे, वोटां भी पैणगियां, लेकिन कौम का जिथे मसला होएगा असी एक हाँ। साडा गुरु ग्रंथ साहब एक है, साडा धर्म एक है, साडे भावें वखरे वखरे वखरेवे हो सकते। बेनती है SGPC जेड़े बंदी सिंह अंदर ने, उन्हां दे परिवार की पेंशन, उन्हां दे परिवार चों किसी नूं नौकरी और लीगल एड, ये जेड़ा भी फैसले तुसीं लओगे, मैं पोलीटिकल फैसले की गल नहीं कर रहा, मैं पंथक फैसले की गल कर रहा। जेड़ा पंथक फैसला तुसीं लओगे असीं तुहाडे नाल आ। मैं अपनी पार्टी वालों, मेरे आगू, सीनियर आगू सारे इत्थे आए ने, मैं इस गल का विश्वास दिवाना चाहना, ये जे सरकारां दी डिस्कशन ते रहेगा तो फिर सिंघां नूं पैरोल
ਤੇ ਰਿਹਾਈ ਨਹੀਂ ਹੋਏਗੀ। ਇੱਥੇ ਰਾਮ ਰਹੀਮ ਵਰਗੇ ਰੇਪਿਸ ਦੀ ਰਿਹਾਈ ਹੋ ਜਾਏਗੀ। ਇੱਥੇ ਕਿਸ਼ੋਰੀ ਲਾਲ ਜਿਹੜਾ ਬੂਚਰ ਸੀ ਤਰਲੋਕਪੁਰੀ ਦਾ, ਉਹਦੀ ਰਿਹਾਈ ਹੋ ਜਾਏਗੀ, ਲੇਕਿਨ ਸਾਡੇ ਸਿੰਘਾਂ ਦੀ ਰਿਹਾਈ ਨਹੀਂ ਹੋਏਗੀ। ਸ਼੍ਰੋਮਣੀ ਕਮੇਟੀ ਇਕੱਠੇ ਲੜਨ ਦਾ ਸੰਕੇਤ ਦਿੰਦਿਆਂ ਸਰਨਾ ਨੇ ਆਖਿਆ ਕਿ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਇਸ ਤਰ੍ਹਾਂ ਦੀ ਏਕਤਾ ਨਾਲ ਲੜੀਆਂ ਜਾਣੀਆਂ ਚਾਹੀਦੀਆਂ ਨੇ। ਇਕੱਤਰਤਾ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ 3 ਅਹਿਮ ਮਤੇ ਪਾਸ ਕੀਤੇ ਗਏ, ਜਿਨ੍ਹਾਂ ਅਨੁਸਾਰ ਇੱਕ ਸਾਂਝੀ ਕਮੇਟੀ ਸਥਾਪਨ ਕਰਨ, ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਸਮੇਤ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਰਾਜਪਾਲਾਂ ਨੂੰ ਮਿਲਣ ਅਤੇ ਲੋੜ ਪੈਣ ਤੇ ਕੜਾ ਸੰਘਰਸ਼ ਵਿੱਢਣ ਦੀ ਸਹਿਮਤੀ ਪ੍ਰਗਟ ਕੀਤੀ ਗਈ। ਮੇਰੀ ਆਪਣੀ ਯਾਦ ਦੇ ਵਿੱਚ 1994 ਤੋਂ ਬਾਅਦ ਪਹਿਲੀ ਵਾਰ ਦੋ ਵੱਡੀਆਂ ਸ਼ਖਸੀਅਤਾਂ ਜਿਹੜੀਆਂ ਉਹ ਇਕੱਠੀਆਂ ਬੈਠੀਆਂ ਨੇ, ਤੇ ਇਹ ਜਿਹੜਾ ਮਸਲਾ ਹੈਗਾ ਇਹ ਮੈਨੂੰ ਹੱਲ ਹੁੰਦਾ ਨਜ਼ਰ ਆਉਂਦਾ ਹੈ। ਅਸੀਂ ਸਿਰਫ ਇਹ ਗੱਲ ਕਰਨੀ ਹੈ ਕਿ ਜਿਤਨੀਆਂ ਵੀ ਜਥੇਬੰਦੀਆਂ ਹੈਗੀਆਂ ਉਹਨਾਂ ਦਾ ਇੱਕ ਇੱਕ ਨੁਮਾਇੰਦਾ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਜ਼ਰੂਰੀ ਨਹੀਂ ਅੱਜ ਸੋਚਣ, ਇਹ ਉਸ ਤੋਂ ਬਾਅਦ ਇੱਕ ਹਫ਼ਤਾ ਦਾ ਟਾਈਮ ਲੈ ਲੈਣ। ਬਹੁਤ ਸਾਰੀਆਂ ਜਥੇਬੰਦੀਆਂ ਆਈਆਂ ਪਰ ਕਈ ਨਹੀਂ ਵੀ ਆਈਆਂ। ਤੁਸੀਂ ਜਿਹੜੇ ਸ਼ਖਸ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਹਨ, ਦਲ ਨਾਲ ਸੰਬੰਧਿਤ ਹਨ, ਉਹਨਾਂ ਦੀਆਂ ਡਿਊਟੀਆਂ ਲਾ ਕੇ ਉਹਨਾਂ ਨੂੰ ਕਹੋ ਵੀ ਅੱਜ ਸਾਡਾ ਡੈਪੂਟੇਸ਼ਨ ਹਿੰਦੁਸਤਾਨ ਦੀ ਸਰਕਾਰ ਨੂੰ ਮਿਲਣਾ ਹੈ, ਤੇ ਅਸੀਂ ਚਾਹੁੰਦੇ ਹਾਂ ਵੀ ਪੰਥ ਦੀ ਜੋ ਵੀ ਕੋਈ ਜਿੱਦੋਂ ਨੁਮਾਇੰਦਗੀ ਕਰਦਾ ਹੈ ਉਹ ਉਹਦੇ ਸ਼ਾਮਲ ਹੋਣਾ ਚਾਹੀਦਾ ਹੈ। ਅਸੀਂ ਸਾਡੀ ਸਤਿਕਾਰਯੋਗ ਸ਼ਖਸੀਅਤ ਅੱਜ ਆਏ ਨੇ, ਇਹਨਾਂ ਕੋਲ ਗਏ ਸੀ, ਬੇਨਤੀ ਕੀਤੀ ਸੀ, ਔਰ ਅੱਜ ਇਹ ਆਏ ਨੇ। ਇਹ ਮੈਂ ਕਹਿ ਸਕਦਾ ਵਾਂ ਇਹਨਾਂ ਦੇ ਆਉਣ ਨਾਲ ਹੀ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਹੈ ਵੀ ਅੱਜ ਇਹ ਪੰਥ ਇਕੱਠਾ ਹੋ ਗਿਆ, ਤੇ ਇਹ ਜਿਹੜੀਆਂ ਸਾਡੀਆਂ ਮੰਗਾਂ ਹਨ ਇਹ ਕੋਈ ਬਹੁਤੀਆਂ ਔਖੀਆਂ ਮੰਗਾਂ ਨਹੀਂ, ਪਰ ਮੈਂ ਸਮਝਦਾ ਵਾਂ ਕੋਈ ਦਿੱਲੀ ਦੀ ਸਰਕਾਰ ਇਤਨੀ ਤਾਕਤਵਰ ਸਰਕਾਰ ਨਹੀਂ ਹੈ। ਜੇ ਹਿੰਦੁਸਤਾਨ ਦੀ ਸਰਕਾਰ ਦੀ ਮਰਜ਼ੀ ਹੋਵੇਗੀ, ਔਰ ਮਰਜ਼ੀ ਤਾਂ ਹੋਏਗੀ ਕਿ ਜਿਸ ਤਰ੍ਹਾਂ ਅੱਜ ਪੰਥ ਇਕੱਠਾ ਹੋਇਆ ਹੈ, ਇਸ ਤਰ੍ਹਾਂ ਪੰਥ ਇਕੱਠਾ ਹੋ ਕੇ ਆਪਣਾ ਡੈਪੂਟੇਸ਼ਨ ਲੈ ਕੇ ਉਹ ਭਾਵੇਂ ਪ੍ਰਧਾਨ ਮੰਤਰੀ ਨੂੰ ਮਿਲਿਆ ਜਾਵੇ, ਤੇ ਪ੍ਰਧਾਨ ਮੰਤਰੀ ਨੂੰ ਕਿਹਾ ਜਾਵੇ ਕਿ ਹੁਣ ਇੱਧਰ ਉੱਧਰ ਦੀ ਗੱਲ ਨਾ ਕਰ, ਸਿੱਧੇ ਆਰਡਰ ਕਰ ਦੇ ਕਿ ਜਿਤਨੇ ਵੀ ਸਿੰਘ ਹੈਗੇ ਇਹਨਾਂ ਸਾਰਿਆਂ ਦੀ ਰਿਹਾਈ ਕਰਤੀ ਜਾਵੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਸ਼੍ਰੋਮਣੀ ਕਮੇਟੀ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਪੰਥਕ ਕਾਰਜਾਂ ਲਈ ਸਹਿਯੋਗ ਦਾ ਭਰੋਸਾ ਦਿੱਤਾ। ਉਹਨਾਂ ਨੇ ਆਖਿਆ ਕਿ ਚਿਰਾਂ ਬਾਅਦ ਕੀਤਾ ਗਿਆ ਇਹ ਪੰਥਕ ਇਕੱਠ ਆਪਣੇ ਆਪ ਵਿੱਚ ਇਤਿਹਾਸਕ ਹੈ, ਜਿਸ ਦੇ ਅਵੱਸ਼ ਚੰਗੇ ਨਤੀਜੇ ਨਿਕਲਣਗੇ। ਸੰਵਿਧਾਨ ਦੀ ਧਾਰਾ 161 ਹੈ, ਜਿਹਦੇ ਤਹਿਤ ਗਵਰਨਰ ਦੀ ਪਾਵਰ ਹੈ ਕਿ ਉਹ ਬੰਦੀਆਂ ਨੂੰ ਛੱਡ ਵੀ ਸਕਦਾ ਹੈ, ਸਜ਼ਾ ਵੀ ਘੱਟ ਕਰ ਸਕਦਾ ਹੈ। ਅਸੀਂ ਬਜਨੌਰ ਗਵਰਨਰ ਨੂੰ ਮਿਲੇ ਸੀਗੇ ਤੇ ਉਸ ਨੇ ਵੀ ਸਾਡੀ ਬੜੀ ਇਮਦਾਦ ਕੀਤੀ। ਜਿੰਨਾ ਕੁਛ ਹੋਇਆ ਉਸ ਨੇ ਬੰਦੀ ਛਡਾਉਣੇ ਸ਼ੁਰੂ ਕੀਤੇ, ਪਰ ਗੱਲ ਇਹ ਹੈ ਕਿ ਜਿਹੜਾ ਸਾਡਾ ਨਿਸ਼ਾਨਾ ਹੈ ਉਹ ਹੁਣ ਟਾਰਗੇਟ ਦੇ ਉੱਤੇ ਨਹੀਂ ਵੱਜਦਾ, ਕਿਉਂ ਕਰਕੇ ਹਕੂਮਤ ਨਹੀਂ ਹੈ। 1947 ਤੋਂ ਬਾਅਦ ਆਪਾਂ ਗੁਲਾਮ ਹੈ, ਤੇ ਪ੍ਰਧਾਨ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਇੱਕ ਵਫਦ ਫੇਰ ਬਣਾਉਣ, ਜਿਹੜਾ ਮੌਜੂਦਾ ਗਵਰਨਰ ਹੈ ਉਹਦੇ ਕੋਲੇ ਵੀ ਇੱਕ ਯਾਦ ਪੱਤਰ ਦਈਏ ਕਿ ਸਾਡੇ ਜਿਹੜੇ ਵੀ ਬੰਦੀ ਹੈਗੇ ਆ ਉਹਨਾਂ ਨੂੰ ਪੂਰੀ ਤਰ੍ਹਾਂ ਰਿਹਾ ਕੀਤਾ ਜਾਵੇ। ਜੇ ਫਕਰ ਹੈ ਮੋਦੀ ਸਾਹਿਬ ਨੂੰ ਲਾਲ ਕਿਲ੍ਹੇ ਦੇ ਉੱਤੇ ਚੜ੍ਹ ਕੇ 9ਵੇਂ ਪਾਤਸ਼ਾਹ ਦਾ ਜਨਮ ਦਿਨ ਮਨਾਉਣ ਦਾ, ਤਾਂ ਮੇਰਾ ਮਤਲਬ ਹੈ ਕਿ ਉਹਨਾਂ ਨੂੰ ਉਹੀ ਯਾਦ ਹੈ ਕਿ ਤੁਹਾਡਾ ਜਨੇਊ ਬਚਾਤਾ। ਤੇ ਜਿਹੜੇ ਸਿੱਖਾਂ ਨੇ 1984 ਦੇ ਵਿੱਚ ਬਰਤਾਨੀਆ ਦੀ ਫੌਜ ਦਾ, ਸੋਵੀਅਤ ਰੂਸ ਦਾ, ਇੰਡੀਆ ਦੀ ਫੌਜ ਦਾ ਇੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਮਤਹਿਤ ਹੋ ਕੇ ਮੁਕਾਬਲਾ ਕੀਤਾ। 72 ਦਿਨ ਇਹ ਤਕੜੀਆਂ ਦੁਨੀਆ ਦੀਆਂ ਫੌਜਾਂ ਅੰਦਰ ਨਹੀਂ ਵੜਨ ਦਿੱਤੀਆਂ ਉਸ ਯੋਧੇ ਨੇ। ਸੋ ਸਾਧ ਸੰਗਤ ਜੀ,
ਉਸ ਨੂੰ ਵੀ ਕਦੇ-ਕਦੇ ਆਪਾਂ ਯਾਦ ਰੱਖੀਏ। ਇਕੱਤਰਤਾ ਦੌਰਾਨ ਅਗਲੀ ਰੂਪਰੇਖਾ ਲਈ ਕਮੇਟੀ ਸਥਾਪਿਤ ਕਰਨ ਦੇ ਅਧਿਕਾਰੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪੇ ਗਏ, ਜਿਸ ਤੇ ਆਪਣੇ ਸੰਬੋਧਨ ਦੌਰਾਨ ਐਡਵੋਕੇਟ ਧਾਮੀ ਨੇ ਆਖਿਆ ਕਿ ਜਲਦ ਹੀ ਇਹ ਕਮੇਟੀ ਗਠਿਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਬਣਾਈ ਜਾਣ ਵਾਲੀ ਕਮੇਟੀ ਵਿੱਚ ਸਾਰੀਆਂ ਧਿਰਾਂ ਦੇ ਮੈਂਬਰ ਸ਼ਾਮਲ ਹੋਣਗੇ। ਐਡਵੋਕੇਟ ਧਾਮੀ ਨੇ ਆਖਿਆ ਕਿ ਭਾਵੇਂ ਚਿਰਾਂ ਤੋਂ ਸਿੱਖ ਪੰਥ ਦੀ ਪ੍ਰਤੀਨਿਧ ਵੱਖ-ਵੱਖ ਜਥੇਬੰਦੀਆਂ ਅਤੇ ਪੰਥ ਦਰਦੀ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕਰ ਰਹੇ ਨੇ, ਪਰੰਤੂ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਬਪ੍ਰਸਤੀ ਹੇਠ ਸਾਂਝੇ ਰੂਪ ਵਿੱਚ ਯਤਨ ਅੱਗੇ ਵਧਾਏ ਜਾਣਗੇ। ਉਹਨਾਂ ਸਪਸ਼ਟ ਕਰਦਿਆਂ ਕਿਹਾ ਕਿ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀ ਆਪਣੀ ਜਾਤੀ ਲੜਾਈ ਨਹੀਂ ਸਗੋਂ ਕੌਮੀ ਯੁੱਧ ਕਾਰਨ ਜੇਲ੍ਹਾਂ ਵਿੱਚ ਬੰਦ ਨੇ। ਸਰਕਾਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹਨਾਂ ਸਿੰਘਾਂ ਵੱਲੋਂ ਲਿਆ ਗਿਆ ਫੈਸਲਾ ਸਿੱਖਾਂ ਦੇ ਗੁਰਧਾਮਾਂ ਅਤੇ ਕੌਮ ਦੀ ਅਣਖ ਤੇ ਕੀਤੇ ਗਏ ਹਮਲਿਆਂ ਵਿੱਚੋਂ ਨਿਕਲਿਆ ਸੀ, ਇਸ ਲਈ ਬਿਨਾਂ ਸ਼ਰਤ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਸਤਿਕਾਰਯੋਗ ਭਾਈ ਬਲਵੰਤ ਸਿੰਘ ਜੀ ਰਾਜੋਆਣਾ, ਜਿਨ੍ਹਾਂ ਦੇ ਵਿੱਚ ਭਾਈ ਜਗਤਾਰ ਸਿੰਘ ਜੀ ਹਵਾਰਾ ਤੇ ਸਾਡਾ ਇੱਕ ਵੀਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਉਹ ਭਾਵੇਂ ਸਿਹਤ ਕਰਕੇ ਕੁਝ ਢਿੱਲਾ ਹੋ ਗਿਆ, ਪਰ ਗੁਰੂ ਪਾਤਸ਼ਾਹ ਦੀ ਕਿਰਪਾ ਤੇ ਬਖਸ਼ਿਸ਼ ਸਦਕਾ ਅੱਜ ਸਾਨੂੰ ਜਿਹੜੇ ਉਹਨਾਂ ਦੇ ਹਾਲਾਤ ਦੇਖਦੇ ਆ, ਆਪਣੇ ਆਪ ਤੇ ਵੀ ਕਈ ਵਾਰੀ ਤਰਸ ਆਉਂਦਾ, ਆਪਣੇ ਆਪ ਨੂੰ ਵੀ ਕੋਸਦੇ ਆ। ਜਿਹੜਾ ਕੰਮ ਬਹੁਤ ਪਹਿਲਾਂ ਕਰਨਾ ਚਾਹੀਦਾ ਸੀ, ਚਲੋ ਸਮਾਂ ਉਵੇਂ ਦਾ ਚੱਲਦਾ, ਉਹ ਅੱਜ ਤੁਸੀਂ ਕਰਕੇ ਦਿਖਾ ਲਿਆ ਕਿ ਇਹ ਜਿਹੜਾ ਕੰਮ ਤੁਸੀਂ ਸੰਘਰਸ਼ ਵਿੱਢਿਆ ਹੈ ਤਾਂ ਉਹ ਮਹਾਨ ਸਾਡੇ ਜਿਹੜੇ ਸਿੱਖ ਕੈਦੀ ਉਹਨਾਂ ਲਈ, ਪਰ ਤੁਹਾਡੇ ਸਹਿਯੋਗ ਤੋਂ ਬਗੈਰ ਇਹ ਸੰਭਵ ਨਹੀਂ ਹੋ ਸਕਣਾ। ਸੰਭਵ ਇਸ ਕਰਕੇ ਨਹੀਂ ਹੋ ਸਕਣਾ ਕਿਉਂਕਿ ਤੁਸੀਂ ਜੇ ਸਹਿਯੋਗ ਦਿਓਗੇ ਫਿਰ ਅਸੀਂ ਤਕੜੇ ਹੋ ਕੇ ਨਿਕਲਾਂਗੇ। ਮੈਂ ਜਿਹੜੇ 9 ਸਾਡੇ ਕੋਲ ਮਹਾਨ ਕੈਦੀ ਜਿਹੜੇ 25 26 ਸਾਲ ਹੋ ਗਏ, ਕਿਉਂਕਿ ਇੱਥੇ ਦਾਦੂਵਾਲ ਸਾਹਿਬ ਨੇ ਕਿਹਾ ਸੀ ਵੀ ਵਿਤਕਰਾ ਨਹੀਂ ਕਰਨਾ, ਕੋਈ ਵਿਤਕਰਾ ਨਹੀਂ। ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਵਿੱਤਰ ਧਰਤੀ ਤੇ ਖੜੇ ਆ। ਜੋ ਤੁਸੀਂ ਯੋਗ ਬਣਾਓਗੇ, ਮੇਰੇ ਮਨ ਦੀ ਚਾਹਨਾ ਵੀ ਸੀ, ਇੱਕ ਮਤਾ ਮੈਂ ਆਪਣੇ ਤੌਰ ਤੇ ਚਾਹੁੰਦਾ ਸੀ, ਉਹ ਚੰਦੂ ਮਾਜਰਾ ਸਾਹਿਬ ਜੀ ਨੇ ਪੇਸ਼ ਕੀਤਾ। ਇਹ ਇੱਕ ਕਮੇਟੀ ਆਪਾਂ 8 ਮੈਂਬਰੀ ਜਾਂ 10 ਮੈਂਬਰੀ ਉਹ ਕਮੇਟੀ ਬਣਾ ਕੇ ਇਸ ਸੰਘਰਸ਼ ਨੂੰ ਵਿੱਢੀਏ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਸਿੱਖ ਪੰਥ ਨੂੰ ਠੋਸ ਯਤਨ ਅੱਗੇ ਵਧਾਉਣ ਦੇ ਨਾਲ-ਨਾਲ ਨਿਰਣਾਇਕ ਫੈਸਲੇ ਲੈਣੇ ਚਾਹੀਦੇ ਹਨ। ਇੱਥੇ ਬੈਠੀਆਂ ਦਮਦਮੀ ਟਕਸਾਲ ਇੱਥੇ ਬੈਠੀ ਹੈ, ਜੋ ਤੁਸੀਂ ਹੁਕਮ ਕਰੋਗੇ ਆਪਾਂ ਐਸਾ ਸੰਘਰਸ਼ ਉਲੀਕੀਏ ਕਿ ਆਪਣੇ ਸਿੰਘਾਂ ਨੂੰ ਜੇਲ੍ਹਾਂ ਵਿੱਚੋਂ ਰਿਹਾ ਕਰਾ ਕੇ ਸਾਹ ਲਈਏ। ਇਹ ਮੇਰੀ ਸਾਰੇ ਪੰਥ ਨੂੰ ਅਪੀਲ ਹੈ। ਕੇਵਲ ਮਤਾ ਪਾਸ ਕਰਕੇ ਜਾਂ ਵਫਦ ਬਣਾ ਕੇ ਮਿਲਣ ਤੱਕ ਸੀਮਤ ਨਾ ਰਹੋ, ਅੱਜ ਕੋਈ ਫੈਸਲਾ ਲੈ ਕੇ ਉੱਠਿਓ। ਇਹ ਮੇਰੀ ਤੁਹਾਡੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ। ਔਰ ਪੰਥ ਦੇ ਜੋ ਮੁੱਦੇ ਹੈ, ਪੰਥ ਦੇ ਜੋ ਮਸਲੇ ਹੈ, ਉਸ ਦਾ ਹੱਲ ਕਰਨਾ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਜ਼ਿੰਮੇਵਾਰੀ ਹੈ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।